ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਸੁਣ ਰਹੇ ਹੋ ਬਾਤਾਂ ਦੇਸ਼ ਵਿਦੇਸ਼ ਦੀਆਂ ਵਿੱਚੋਂ ਅਗਲੀ ਬਾਤ ਮਾਂ ਦੀ ਅਰਜ਼ੋਈ। ਇੱਕ ਸੀ ਔਰਤ, ਉਹ ਬੜੇ ਧਾਰਮਿਕ ਵਿਚਾਰਾਂ ਵਾਲੀ ਸੀ। ਉਸਨੂੰ ਵਿਸ਼ਵਾਸ ਸੀ ਕਿ ਜੇਕਰ ਸੱਚੇ ਦਿਲੋਂ ਰੱਬ ਅੱਗੇ ਚੰਗੀ ਨੀਤ ਨਾਲ ਕੋਈ ਅਰਜ਼ੋਈ ਕੀਤੀ ਜਾਵੇ ਤਾਂ ਰੱਬ ਜ਼ਰੂਰ ਸੁਣਦਾ ਹੈ। ਉਸਦੀ ਇੱਕ ਜਵਾਨ ਧੀ ਸੀ ਜਿਸ ਨੂੰ ਉਸ ਔਰਤ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਗਰੀਬੀ ਦਾਵੇ ਵਿੱਚ ਬੜੇ ਵਕਤਾਂ ਨਾਲ ਪਾਲਿਆ ਸੀ। ਉਸ ਦੇ ਘਰ ਵਿੱਚ ਇੱਕ ਨਿੱਕਾ ਜਿਹਾ ਕਮਰਾ ਸੀ ਜਿਸ ਦੇ ਇੱਕ ਕੋਨੇ ਵਿੱਚ ਉਸਨੇ ਇੱਕ ਮੇਜ਼ ਉੱਤੇ ਬੜੀ ਤਰਤੀਬ ਨਾਲ ਦੀਵੇ ਸਜਾਏ ਹੋਏ ਸਨ, ਜਿਨ੍ਹਾਂ ਨਾਲ ਕਮਰਾ ਚਮਕ ਰਿਹਾ ਸੀ। ਇਹਨਾਂ ਦੀਵਿਆਂ ਦੀ ਲੌ ਵਿੱਚ ਇਸ ਕਮਰੇ 'ਚ ਸਾਹਮਣੇ ਪਏ ਹਰ ਆਕਾਰ ਨੂੰ ਵੇਖਿਆ ਜਾ ਸਕਦਾ ਸੀ, ਜਿਵੇਂ ਕਿ ਰੁਮਾਲਾਂ ਵਿੱਚ ਲਪੇਟੀਆਂ ਧਾਰਮਿਕ ਪੁਸਤਕਾਂ, ਬੁੱਧ ਦੀ ਮੂਰਤੀ, ਦਲਾਈ ਲਾਮਾ ਦੀ ਫਰੇਮ ਕੀਤੀ ਹੋਈ ਤਸਵੀਰ, ਚਾਂਦੀ ਦੀਆਂ ਭੇਟਾਂ ਕਟੋਰੀਆਂ ਅਤੇ ਪਿਛਲੀ ਕੰਧ 'ਤੇ ਟਿਕਾਈਆਂ ਖੁਸ਼ਬੂਦਾਰ ਧੂਫ ਦੀਆਂ ਅਗਰਬੱਤੀਆਂ ਵਿੱਚੋਂ ਧੂਏ ਦੇ ਛੱਲੇ ਬਣ ਕੇ ਨਿਕਲ ਰਹੇ ਸਨ। ਇਸ ਤੋਂ ਇਲਾਵਾ ਕੰਧ ਦੇ ਉੱਤੇ ਉਹਨਾਂ ਦੇ ਰੱਖਿਅਕ ਦੀ ਇੱਕ ਕੱਪੜੇ ਉੱਤੇ ਬਣੀ ਹੋਈ ਧਾਂਕਾ ਚਿੱਤਰਕਲਾ ਸਜਾਈ ਹੋਈ ਸੀ, ਜਿਸ ਦੇ 11 ਸਿਰ ਅਤੇ 1000 ਬਾਹਾਂ ਸਨ। ਉਸ ਨਿੱਕੇ ਜਿਹੇ ਕਮਰੇ ਦੀਆਂ ਸਾਰੀਆਂ ਕੰਧਾਂ ਉੱਤੇ ਹੀ ਦੇਵੀ ਦੇਵਤਿਆਂ ਅਤੇ ਧਾਰਮਿਕ ਗੁਰੂਆਂ ਪੀਰਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ, ਜੋ ਤਿੱਬਤ ਦੇ ਲੋਕਾਂ ਲਈ ਪੂਜਨਯੋਗ ਸਨ। ਉੱਥੇ ਇੱਕ ਡੋਲਮਾ ਦਾ ਚਿੱਤਰ ਵੀ ਸੀ, ਜੋ ਕਿ ਔਰਤ ਦੇ ਪਿਆਰ ਅਤੇ ਸੂਖਮ ਭਾਵਨਾਵਾਂ ਦਾ ਪ੍ਰਤੀਕ ਸੀ, ਅਤੇ ਦੂਜਾ ਯਾਮਯਾਂਗ ਦਾ, ਜੋ ਕਿ ਬੋਧੀ ਗਿਆਨ ਦਾ ਪ੍ਰਤੀਕ ਸੀ। ਉਸ ਔਰਤ ਲਈ ਸਾਰੇ ਘਰ ਵਿੱਚੋਂ ਇਹ ਪੂਜਾ ਵਾਲਾ ਕਮਰਾ ਸਭ ਤੋਂ ਕੀਮਤੀ ਸੀ। ਤਿੱਬਤੀ ਲੋਕਾਂ ਦੀ ਸਾਰੀ ਜ਼ਿੰਦਗੀ ਹੀ ਬੁੱਧ ਦੀਆਂ ਸਿੱਖਿਆਵਾਂ ਅਤੇ ਗੁਰੂਆਂ ਪੀਰਾਂ ਦੁਆਲੇ ਘੁੰਮਦੀ ਰਹਿੰਦੀ ਹੈ। ਇਹਨਾਂ ਲੋਕਾਂ ਦਾ ਵਿਸ਼ਵਾਸ ਹੈ ਕਿ ਰੱਬ ਨੂੰ ਪਹੁੰਚੇ ਹੋਏ ਸੰਤਾਂ ਪੀਰਾਂ ਦਾ ਧਿਆਨ ਹਮੇਸ਼ਾ ਲੋਕ ਭਲਾਈ ਵੱਲ ਹੀ ਲੱਗਾ ਰਹਿੰਦਾ ਹੈ। ਉਹ ਹਮੇਸ਼ਾ ਵਰਤਮਾਨ ਅਤੇ ਭਵਿੱਖ ਲਈ ਲੋਕਾਂ 'ਤੇ ਆਪਣੀ ਮਿਹਰ ਭਰੀ ਨਜ਼ਰ ਰੱਖਦੇ ਹਨ ਅਤੇ ਮਾਰਗਦਰਸ਼ਨ ਵੀ ਕਰਦੇ ਰਹਿੰਦੇ ਹਨ। ਇਸੇ ਵਿਸ਼ਵਾਸ ਨਾਲ ਉਹ ਜਵਾਨ ਕੁੜੀ ਦੀ ਮਾਂ ਉਸ ਪੂਜਾ ਵਾਲੇ ਕਮਰੇ ਦੇ ਇੱਕ ਕੋਨੇ ਵਿੱਚ ਬੈਠੀ ਮਾਲਾ ਫੇਰ ਰਹੀ ਸੀ ਅਤੇ ਹਰ ਮਨਕੇ ਦੇ ਨਾਲ ਆਪਣੇ ਇਸ਼ਟ ਦਾ ਨਾਮ ਜਪ ਰਹੀ ਸੀ। ਉਸ ਕੋਲ ਪੈਸਾ ਧੇਲਾ, ਜ਼ਮੀਨ ਜਾਇਦਾਦ ਵਗੈਰਾ ਕੁਝ ਵੀ ਨਹੀਂ ਸੀ। ਉਸ ਦੀ ਇਕਲੌਤੀ ਲਾਡਲੀ ਧੀ ਹੀ ਉਸਦਾ ਸਭ ਕੁਝ ਸੀ। ਇਸ ਲਈ ਉਸ ਔਰਤ ਨੂੰ ਆਪਣੀ ਧੀ ਦੇ ਭਵਿੱਖ ਦੀ ਬੜੀ ਚਿੰਤਾ ਸੀ। ਉਸ ਦਾ ਬੜਾ ਜੀਅ ਕਰਦਾ ਸੀ ਕਿ ਉਸਦੀ ਧੀ ਦਾ ਵਿਆਹ ਕਿਸੇ ਚੰਗੇ ਅਮੀਰ ਬੰਦੇ ਨਾਲ ਹੋਵੇ, ਪਰ ਫਿਕਰਾਂ ਵਿੱਚ ਲੱਥੀ ਉਹ ਸੋਚਦੀ ਕਿ ਬਗੈਰ ਦਾਜ ਤੋਂ ਕੋਈ ਅਮੀਰ ਮੁੰਡਾ ਉਸ ਨਾਲ ਵਿਆਹ ਨਹੀਂ ਕਰਵਾਵੇਗਾ ਤੇ ਕਿਤੇ ਉਸਦੀ ਲਾਡਲੀ ਧੀ ਨੂੰ ਵੀ ਉਸ ਵਾਂਗ ਹੀ ਆਪਣਾ ਜੀਵਨ ਭੁੱਖ ਨੰਗ ਅਤੇ ਗਰੀਬੀ ਵਿੱਚ ਹੀ ਨਾ ਗੁਜ਼ਾਰਨਾ ਪਵੇ। ਉਸ ਨੂੰ ਆਪਣਾ ਫਿਕਰ ਨਹੀਂ ਸੀ, ਕਿਉਂਕਿ ਉਸਨੇ ਤਾਂ ਆਪਣੀ ਜ਼ਿੰਦਗੀ ਕਿਵੇਂ ਨਾ ਕਿਵੇਂ ਕੱਟ ਹੀ ਲਈ ਸੀ, ਪਰ ਧੀ ਦੀ ਚਿੰਤਾ ਉਸਨੂੰ ਵੱਡ ਖਾਂਦੀ ਸੀ। ਉਂਝ ਉਸਨੂੰ ਆਪਣੇ ਇਸ਼ਟ ਤੇ ਅਟੁੱਟ ਵਿਸ਼ਵਾਸ ਸੀ ਕਿ ਉਹ ਉਸਦੀ ਅਰਦਾਸ ਜ਼ਰੂਰ ਸੁਣੇਗਾ ਤੇ ਕੋਈ ਨਾ ਕੋਈ ਰਾਹ ਜ਼ਰੂਰ ਕੱਢੇਗਾ, ਜਿਸ ਨਾਲ ਉਸਦੀ ਧੀ ਦਾ ਜੀਵਨ ਖੁਸ਼ਹਾਲ ਹੋ ਜਾਵੇਗਾ। ਇਸ ਲਈ ਉਹ ਦਿਨ ਰਾਤ ਮਾਲਾ ਫੇਰਦੀ ਅਤੇ ਅਰਦਾਸਾਂ ਕਰਦੀ ਹੀ ਰਹਿੰਦੀ। ਉਸ ਦੀ ਧੀ ਲੋੜੇ ਦੀ ਖੂਬਸੂਰਤ ਸੀ। ਇੱਕ ਦਿਨ ਨਾਲ ਦੇ ਪਿੰਡ ਦੇ ਇੱਕ ਗਰੀਬ ਗੱਭਰੂ ਨੇ ਅਚਾਨਕ ਕੁੜੀ ਨੂੰ ਬਾਹਰ ਕਿਤੇ ਵੇਖ ਲਿਆ ਤਾਂ ਵੇਖਦਿਆਂ ਹੀ ਉਸ 'ਤੇ ਮੋਹਿਤ ਹੋ ਗਿਆ। ਉਸਨੇ ਮਨ ਵਿੱਚ ਪੱਕਾ ਧਾਰ ਲਿਆ ਕਿ ਉਹ ਇਸੇ ਕੁੜੀ ਨਾਲ ਹੀ ਵਿਆਹ ਕਰਵਾਏਗਾ, ਪਰ ਉਹ ਇਹ ਵੀ ਜਾਣਦਾ ਸੀ ਕਿ ਉਸ ਕੁੜੀ ਦੀ ਮਾਂ ਉਹਦੇ ਵਰਗੇ ਗਰੀਬੀ ਦੇ ਮਾਰੇ ਬੰਦੇ ਨਾਲ ਆਪਣੀ ਕੁੜੀ ਦਾ ਵਿਆਹ ਕਰਨ ਲਈ ਰਾਜੀ ਨਹੀਂ ਹੋਵੇਗੀ। ਸੋ ਉਸਨੇ ਉਸ ਕੁੜੀ ਦੀ ਮਾਂ ਨੂੰ ਭਰਮਾਉਣ ਲਈ ਇੱਕ ਤਰਕੀਬ ਬਣਾਈ, ਜਿਸ ਤੋਂ ਇਹ ਜਾਪੇ ਕਿ ਉਹ ਬੜਾ ਖੁਸ਼ਹਾਲ ਅਤੇ ਅਮੀਰ ਹੈ। ਉਸ ਔਰਤ ਦੇ ਪੂਜਾ ਵਾਲੇ ਕਮਰੇ ਵਿੱਚ ਲੁਕ ਕੇ ਉਹ ਉਸ ਔਰਤ ਦਾ ਇੰਤਜ਼ਾਰ ਕਰਨ ਲੱਗਾ ਕਿ ਕਦੋਂ ਉਹ ਕਮਰੇ ਵਿੱਚ ਆਵੇ, ਪੂਜਾ ਭੇਟ ਚੜਾਵੇ ਅਤੇ ਉਹ ਕੋਨੇ ਵਿੱਚ ਬੈਠ ਕੇ ਪ੍ਰਾਰਥਨਾ ਵਿੱਚ ਲੀਨ ਹੋ ਕੇ ਮਾਲਾ ਜਪਣੀ ਸ਼ੁਰੂ ਕਰੇ। ਰੋਜ਼ ਵਾਂਗ ਉਹ ਔਰਤ ਆਈ ਅਤੇ ਆਪਣੀ ਧੀ ਵਾਸਤੇ ਅਮੀਰ ਵਰ ਲਈ ਅਰਦਾਸਾਂ ਕਰਨ ਲੱਗ ਪਈ। ਉਹ ਗੱਭਰੂ ਚੁੱਪਚਾਪ ਲੁਕ ਕੇ ਉਸਨੂੰ ਸੁਣਦਾ ਰਿਹਾ ਅਤੇ ਜਦੋਂ ਉਹ ਉੱਠ ਕੇ ਜਾਣ ਲੱਗੀ ਤਾਂ ਬੋਲਿਆ, "ਤੇਰੀ ਪ੍ਰਾਰਥਨਾ ਕਬੂਲ ਹੋਈ।" ਇਹ ਆਵਾਜ਼ ਸੁਣ ਕੇ ਔਰਤ ਚੌਂਕ ਗਈ। ਆਸੇ-ਪਾਸੇ ਵੇਖਿਆ, ਕਮਰੇ ਵਿੱਚ ਤਾਂ ਉਸ ਤੋਂ ਇਲਾਵਾ ਹੋਰ ਕੋਈ ਜੀਵ ਹੀ ਨਹੀਂ ਸੀ। ਉਸਨੇ ਸੋਚਿਆ ਕਿ ਇਹ ਜ਼ਰੂਰ ਦੇਵਤਿਆਂ ਦੀ ਆਵਾਜ਼ ਹੀ ਹੋਵੇਗੀ। ਉਹ ਇਹ ਸੋਚ ਹੀ ਰਹੀ ਸੀ ਕਿ ਦੁਬਾਰਾ ਆਵਾਜ਼ ਆਈ, "ਸੁਣ ਬੀਬੀ, ਕੱਲ ਨੂੰ ਚੜ੍ਹਦੀ ਸਵੇਰ ਹੀ ਇੱਕ ਬਹੁਤ ਧਨਵਾਨ ਆਦਮੀ ਚਿੱਟੇ ਘੋੜੇ ਤੇ ਸਵਾਰ ਹੋ ਕੇ ਤੇਰੀਆਂ ਬਰੂਹਾਂ ਤੇ ਆਵੇਗਾ ਅਤੇ ਤੇਰੀ ਧੀ ਨਾਲ ਵਿਆਹ ਕਰਾਉਣ ਲਈ ਤੇਰੇ ਕੋਲੋਂ ਉਸਦਾ ਹੱਥ ਮੰਗੇਗਾ। ਤੂੰ ਖੁਸ਼ੀ-ਖੁਸ਼ੀ ਹਾਂ ਕਰ ਦੇਵੇਂ।" ਇਹ ਸੁਣ ਕੇ ਬੁੱਢੀ ਨੂੰ ਚਾਅ ਚੜ੍ਹ ਗਿਆ।
ਉਸਨੇ ਆਪਣੀ ਧੀ ਦੀ ਮਦਦ ਨਾਲ ਸਾਰਾ ਘਰ ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਸਾਫ਼ ਕੀਤਾ, ਕਿਉਂਕਿ ਦੇਵਤਿਆਂ ਦੀ ਕਿਰਪਾ ਨਾਲ ਉਸਦੀ ਧੀ ਨੂੰ ਵਿਆਹੁਣ ਇੱਕ ਧਨਵਾਨ ਪੁਰਸ਼ ਜੋ ਆ ਰਿਹਾ ਸੀ। ਫਿਰ ਉਸਨੇ ਚਾਈਂ ਖਾਣਾ ਬਣਾਇਆ ਅਤੇ ਆਂਢ ਗੁਆਂਢ ਨੂੰ ਇਸ ਵੱਡੀ ਖੁਸ਼ੀ ਵਿੱਚ ਸ਼ਾਮਲ ਹੋਣ ਦਾ ਨਿਯੋਤਾ ਵੀ ਦੇ ਦਿੱਤਾ। ਅਗਲੇ ਦਿਨ ਦੋਵੇਂ ਮਾਵਾਂ ਧੀਆਂ ਸਵਖਤੇ ਹੀ ਉੱਠ ਗਈਆਂ। ਖੁਸ਼ੀ ਵਿੱਚ ਉਹਨਾਂ ਨੂੰ ਲੱਗ ਰਿਹਾ ਸੀ ਜਿਵੇਂ ਪੰਛੀ ਗਾ ਰਹੇ ਨੇ। ਪਹਾੜਾਂ ਦੀਆਂ ਚੋਟੀਆਂ ਚੜ੍ਹਦੇ ਸੂਰਜ ਦੀ ਲਾਲੀ ਨਾਲ ਚਮਕ ਦਮਕ ਰਹੀਆਂ ਸਨ ਤੇ ਉਹ ਚਿੱਟੇ ਘੋੜੇ ਤੇ ਚੜ੍ਹ ਕੇ ਆਉਣ ਵਾਲੇ ਗੱਭਰੂ ਦੀ ਉਡੀਕ ਵਿੱਚ ਬਾਹਰ ਹੀ ਬੈਠ ਗਈਆਂ। ਕੁਝ ਦੇਰ ਪਿੱਛੋਂ ਦੂਰ ਦੇ ਸੱਦੇ ਤੋਂ ਉਹਨਾਂ ਨੇ ਕਿਸੇ ਦੇ ਆਉਣ ਦੀ ਝਲਕ ਵੇਖੀ। ਜਿਉਂ ਹੀ ਉਹਨਾਂ ਨੇ ਉਸਨੂੰ ਆਪਣੇ ਵੱਲ ਨੂੰ ਵਧਦਿਆਂ ਵੇਖਿਆ, ਕੁੜੀ ਦੀ ਮਾਂ ਅਤੇ ਕੁੜੀ ਦੇ ਦਿਲ ਵਿੱਚ ਇੱਕ ਅਣਕਿਆਸੀ ਜਿਹੀ ਚੀਸ ਉੱਠੀ। ਸ਼ਾਇਦ ਇਹ ਸੋਚ ਕੇ ਕਿ ਉਹ ਕਿੰਨਾ ਸੋਹਣਾ ਅਤੇ ਚੰਗਾ ਇਨਸਾਨ ਹੈ, ਪਰ ਕੀ ਉਹ ਸੱਚਮੁੱਚ ਕੁੜੀ ਨਾਲ ਵਿਆਹ ਕਰਾਉਣ ਲਈ ਰਾਜ਼ੀ ਹੋ ਗਿਆ ਹੈ? ਇਹੋ ਜਿਹੇ ਕਈ ਖਿਆਲ ਉਹਨਾਂ ਮਾਵਾਂ ਧੀਆਂ ਦੇ ਮਨ ਵਿੱਚ ਖਲਬਲੀ ਜਿਹੀ ਮਚਾ ਰਹੇ ਸਨ। ਪਰ ਫਿਰ ਉਸ ਔਰਤ ਨੂੰ ਇਹ ਖਿਆਲ ਆਇਆ ਕਿ ਇਹ ਬੰਦਾ ਤਾਂ ਰੱਬ ਵੱਲੋਂ ਹੀ ਵਰਦਾਨ ਬਣ ਕੇ ਆਇਆ ਹੈ, ਫਿਰ ਫਿਕਰ ਕਾਹਦਾ। ਉਹ ਗਰੀਬ ਆਦਮੀ ਗੁਆਂਢੀਆਂ ਦੇ ਮੰਗਵੇਂ ਕੱਪੜੇ ਪਹਿਨ ਕੇ ਆਇਆ ਸੀ, ਬਸ ਇੱਕ ਚਿੱਟਾ ਘੋੜਾ ਹੀ ਸੀ ਜੋ ਉਸਦਾ ਆਪਣਾ ਸੀ। ਉਸ ਔਰਤ ਦੇ ਘਰ ਅੱਗੇ ਆ ਕੇ ਰੁਕਿਆ, ਉਸ ਕੁੜੀ ਵੱਲ ਵੇਖ ਕੇ ਮੁਸਕਰਾਇਆ ਤੇ ਉਸਦਾ ਹੱਥ ਫੜ ਲਿਆ। ਉਸ ਔਰਤ ਕੋਲੋਂ ਖੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ। ਕੁਝ ਦੇਰ ਆਰਾਮ ਕਰਨ ਤੋਂ ਬਾਅਦ ਉਸਨੇ ਉਸ ਔਰਤ ਕੋਲੋਂ ਬੜੇ ਸਤਿਕਾਰ ਨਾਲ ਉਸਦੀ ਧੀ ਦਾ ਹੱਥ ਮੰਗ ਲਿਆ। ਸਾਰਾ ਘਰ ਖੁਸ਼ੀਆਂ ਨਾਲ ਭਰ ਗਿਆ। ਆਂਢੀਆਂ ਗੁਆਂਢੀਆਂ ਅਤੇ ਦੋਸਤਾਂ ਮਿੱਤਰਾਂ ਨੇ ਨਵੀਂ ਜੋੜੀ ਨੂੰ ਆਉਣ ਵਾਲੀ ਜ਼ਿੰਦਗੀ ਲਈ ਸ਼ੁਭ ਇਛਾਵਾਂ ਦਿੱਤੀਆਂ। ਲੋਕਾਂ ਨੂੰ ਸੱਚਮੁੱਚ ਇਹ ਵਿਸ਼ਵਾਸ ਸੀ ਕਿ ਇਸ ਜੋੜੀ ਦੇ ਸੰਯੋਗ ਧੁਰੋਂ ਲਿਖ ਕੇ ਧਰਤੀ ਤੇ ਆਏ ਸਨ। ਉਸ ਗਰੀਬ ਆਦਮੀ ਨੇ ਕੁੜੀ ਨੂੰ ਨਾਲ ਲਿਆ ਅਤੇ ਉਸਦੇ ਕੁਝ ਜ਼ਰੂਰੀ ਕੱਪੜੇ ਲੱਤੇ ਟਰੰਕ ਵਿੱਚ ਪਾ ਕੇ ਆਪਣੇ ਪਿੰਡ ਲਈ ਰਵਾਨਾ ਹੋ ਗਿਆ। ਅਚਾਨਕ ਤੁਰੇ ਜਾਂਦਿਆਂ ਉਸਨੂੰ ਕੁੜੀ ਨਾਲ ਆਪਣੇ ਬਾਰੇ ਝੂਠ ਬੋਲ ਕੇ ਕੀਤਾ ਹੋਇਆ ਧੋਖਾ ਸਤਾਉਣ ਲੱਗ ਪਿਆ। ਉਹ ਇਹ ਸੋਚ ਕੇ ਬਹੁਤ ਘਬਰਾ ਗਿਆ ਕਿ ਘਰ ਜਾ ਕੇ ਜਦੋਂ ਕੁੜੀ ਨੂੰ ਪਤਾ ਲੱਗਾ ਕਿ ਮੈਂ ਤਾਂ ਬਹੁਤ ਗਰੀਬ ਹਾਂ, ਬਿਲਕੁਲ ਵੀ ਮਾਲਦਾਰ ਨਹੀਂ, ਤਾਂ ਗੁੱਸੇ ਵਿੱਚ ਚੀਕੇ ਚਿਲਾਏਗੀ। ਉਸ ਗਰੀਬ ਨੂੰ ਇਹ ਵੀ ਖਿਆਲ ਆਇਆ ਕਿ ਹੋ ਸਕਦਾ ਹੈ ਕਿ ਉਹ ਗੁੱਸੇ ਵਿੱਚ ਆਈ ਉਸਨੂੰ ਛੱਡ ਕੇ ਹੀ ਭੱਜ ਜਾਵੇ। ਇਹੋ ਜਿਹੇ ਖਿਆਲ ਨੇ ਉਸਨੂੰ ਬਹੁਤ ਹੀ ਪਰੇਸ਼ਾਨ ਕਰ ਦਿੱਤਾ। ਉਸਨੂੰ ਸਮਝ ਨਾ ਆਵੇ ਕਿ ਉਹ ਹੁਣ ਕਰੇ ਤੇ ਕੀ ਕਰੇ। ਫਿਰ ਉਸਨੂੰ ਇੱਕ ਹੋਰ ਤਰਕੀਬ ਸੁੱਝੀ। ਉਸਨੇ ਰਸਤੇ ਵਿੱਚ ਇੱਕ ਸੁੰਨਸਾਨ ਜਗ੍ਹਾ ਤੇ ਬੈਠ ਕੇ ਕੁੜੀ ਦੇ ਟਰੰਕ ਵਿੱਚੋਂ ਸਾਰਾ ਸਮਾਨ ਬਾਹਰ ਕੱਢ ਕੇ ਇੱਕ ਖਾਈ ਵਿੱਚ ਦੱਬ ਦਿੱਤਾ ਤੇ ਉਸਨੂੰ ਕਿਹਾ ਕਿ ਉਹ ਖੁਦ ਉਸ ਟਰੰਕ ਵਿੱਚ ਵੜ ਜਾਵੇ, ਕਿਉਂਕਿ ਉਹ ਆਪਣੇ ਘਰਦਿਆਂ ਨੂੰ ਹੈਰਾਨ ਕਰ ਦੇਣ ਵਾਲੀ ਖੁਸ਼ਖਬਰੀ ਦੇਣੀ ਚਾਹੁੰਦਾ ਹੈ। ਉਹਨੂੰ ਕਹਿਣ ਲੱਗਾ ਉਹ ਸਾਰੇ ਕਿੰਨੇ ਖੁਸ਼ ਹੋਣਗੇ ਜਦੋਂ ਮੈਂ ਉਹਨਾਂ ਦੇ ਸਾਹਮਣੇ ਟਰੰਕ ਖੋਲਾਂਗਾ ਤਾਂ ਵਿੱਚੋਂ ਤੂੰ ਨਿਕਲੇਂਗੀ। ਕੁੜੀ ਨੂੰ ਉਸਦੀ ਗੱਲ ਬੜੀ ਅਟਪਟੀ ਜਿਹੀ ਤਾਂ ਲੱਗੀ, ਪਰ ਕੁਝ ਸੋਚ ਕੇ ਚੁੱਪ ਰਹੀ ਤੇ ਟਰੰਕ ਵਿੱਚ ਵੜ ਗਈ। ਜਿਉਂ ਹੀ ਉਹ ਟਰੰਕ ਵਿੱਚ ਵੜੀ, ਉਸਨੇ ਟਰੰਕ ਨੂੰ ਜਿੰਦਾ ਲਾ ਕੇ ਟਰੰਕ ਇੱਕ ਕੋਨੇ ਵਿੱਚ ਰੱਖ ਦਿੱਤਾ ਤੇ ਆਪ ਆਪਣੇ ਪਿੰਡ ਚਲਿਆ ਗਿਆ। ਜਦੋਂ ਉਹ ਆਪਣੇ ਪਿੰਡ ਗਿਆ ਤਾਂ ਸਾਰੇ ਗੁਆਂਢੀਆਂ ਨੂੰ ਇਕੱਠਿਆਂ ਕਰਕੇ ਕਿਹਾ ਕਿ ਉਹ ਇੱਕ ਨਵੀਂ ਨਵੇਲੀ ਦੁਲਹਨ ਨੂੰ ਘਰ ਲੈ ਕੇ ਆ ਰਿਹਾ ਹੈ। ਉਹ ਦੁਲਹਨ ਆਪਣਾ ਘਰ ਛੱਡ ਕੇ ਆਈ ਹੈ, ਇਸ ਲਈ ਉਹ ਬਹੁਤ ਚੀਕਾਂ ਮਾਰ ਕੇ ਰੋ ਰਹੀ ਹੈ। ਇਸ ਲਈ ਮੈਂ ਉਸਨੂੰ ਰਸਤੇ ਵਿੱਚ ਹੀ ਬਿਠਾ ਆਇਆ ਹਾਂ ਤੇ ਤੁਹਾਨੂੰ ਸਭਨਾਂ ਨੂੰ ਚੇਤਾਵਨੀ ਦੇਣ ਆਇਆ ਹਾਂ ਕਿ ਜੇ ਘਰ ਆ ਕੇ ਉਹ ਦੁਬਾਰਾ ਰੋਵੇ ਜਾਂ ਚੀਕਾਂ ਵਗੈਰਾ ਮਾਰੇ ਤਾਂ ਪਰੇਸ਼ਾਨ ਨਾ ਹੋਇਓ। ਮੈਂ ਆਪੇ ਹੀ ਸੰਭਾਲ ਲਵਾਂਗਾ, ਤੁਹਾਨੂੰ ਚੀਕਾਂ ਸੁਣ ਕੇ ਆਉਣ ਦੀ ਕੋਈ ਲੋੜ ਨਹੀਂ। ਫਿਰ ਉਸਨੇ ਆਪਣੇ ਘਰ ਦੇ ਆਸੇ-ਪਾਸੋਂ ਸਾਰੇ ਬੂਹੇ ਬਾਰੀਆਂ ਬੰਦ ਕਰ ਦਿੱਤੇ। ਬਸ ਇੱਕੋ ਨਿੱਕਾ ਜਿਹਾ ਰਸਤਾ ਖੁੱਲ੍ਹਾ ਰੱਖਿਆ ਜਿੱਥੋਂ ਦੀ ਉਹ ਦੁਲਹਨ ਵਾਲਾ ਟਰੰਕ ਲੰਘਾਇਆ ਜਾ ਸਕਦਾ ਸੀ। ਏਦਾਂ ਲੋਕਾਂ ਨੂੰ ਪੱਕਿਆ ਕਰਕੇ ਖੁਦ ਦੁਲਹਨ ਵਾਲਾ ਟਰੰਕ ਲੈਣ ਚਲਿਆ ਗਿਆ। ਉਧਰ ਜਿੱਥੇ ਉਹ ਟਰੰਕ ਪਿਆ ਸੀ, ਉਧਰੋਂ ਦੀ ਸੰਬੋਕੀ ਹੀ ਕਿਸੇ ਹੋਰ ਪਿੰਡ ਦਾ ਮੁਖੀਆ ਲੰਘ ਰਿਹਾ ਸੀ। ਉਸਨੇ ਮਹਿਸੂਸ ਕੀਤਾ ਕਿ ਜ਼ਰੂਰ ਇਸ ਟਰੰਕ ਵਿੱਚ ਕੋਈ ਭੇਤ ਹੈ ਜੋ ਇਸ ਤਰ੍ਹਾਂ ਸੁੰਨਸਾਨ ਜਗ੍ਹਾ ਤੇ ਪਿਆ ਹੋਇਆ ਹੈ। ਫਿਰ ਉਸਨੂੰ ਉਸ ਵਿੱਚੋਂ ਕੁਝ ਹਿਲਜੁਲ ਜਿਹੀ ਵੀ ਮਹਿਸੂਸ ਹੋਈ। ਉਸਨੇ ਆਪਣੇ ਆਦਮੀਆਂ ਨੂੰ ਤੁਰੰਤ ਉਸ ਟਰੰਕ ਦਾ ਜਿੰਦਾ ਤੋੜ ਦੇਣ ਦਾ ਹੁਕਮ ਦਿੱਤਾ। ਉਹ ਬੜਾ ਧਨਵਾਨ ਅਤੇ ਅਸਰ ਰਸੂਖ ਵਾਲਾ ਬੰਦਾ ਸੀ। ਉਸ ਦਾ ਹੁਕਮ ਮੰਨ ਕੇ ਉਸਦੇ ਆਦਮੀਆਂ ਨੇ ਟਰੰਕ ਦਾ ਤਾਲਾ ਤੋੜ ਦਿੱਤਾ। ਜਿਉਂ ਹੀ ਉਸ ਮੁਖੀਏ ਨੇ ਟਰੰਕ ਦਾ ਢੱਕਣ ਖੋਲ੍ਹਿਆ ਤਾਂ ਵੇਖ ਕੇ ਹੈਰਾਨ ਹੀ ਰਹਿ ਗਿਆ। ਐਨੀ ਖੂਬਸੂਰਤ ਕੁੜੀ ਨੂੰ ਕੌਣ ਇਸ ਤਰ੍ਹਾਂ ਸੁੱਟ ਕੇ ਚਲਿਆ ਗਿਆ ਹੈ? ਉਹ ਉਸ ਦੀ ਸੁੰਦਰਤਾ ਦਾ ਕਾਇਲ ਹੋ ਗਿਆ। ਉਹ ਉਸ ਕੁੜੀ ਨੂੰ ਆਪਣੇ ਨਾਲ ਲੈ ਗਿਆ ਤੇ ਉਸ ਟਰੰਕ ਵਿੱਚ ਕੁੜੀ ਦੀ ਥਾਂ ਤੇ ਭਾਲੂ ਨੂੰ ਬੰਦ ਕਰ ਦਿੱਤਾ ਅਤੇ ਤਾਲਾ ਲਾ ਦਿੱਤਾ। ਉਸ ਗਰੀਬ ਆਦਮੀ ਨੇ ਜਦੋਂ ਆ ਕੇ ਆਪਣੀ ਦੁਲਹਨ ਵਾਲਾ ਟਰੰਕ ਉੱਥੇ ਪਿਆ ਵੇਖਿਆ ਤਾਂ ਉਸਨੇ ਟਰੰਕ ਦੇ ਆਸੇ-ਪਾਸੇ ਆਪਣੇ ਘਰੋਂ ਲਿਆਂਦਾ ਰੱਸਾ ਬੰਨ੍ਹਿਆ ਅਤੇ ਘੜੀਸ ਕੇ ਘਰ ਲੈ ਗਿਆ। ਘਰ ਜਾ ਕੇ ਉਸਨੇ ਸਾਰੇ ਬੂਹੇ ਬੰਦ ਕਰਕੇ ਜਦੋਂ ਟਰੰਕ ਖੋਲ੍ਹਿਆ ਤਾਂ ਵਿੱਚੋਂ ਭਾਲੂ ਨੂੰ ਵੇਖ ਕੇ ਬਹੁਤ ਡਰ ਗਿਆ।
ਭਾਲੂ ਨੇ ਟਰੰਕ ਵਿੱਚੋਂ ਨਿਕਲਦਿਆਂ ਹੀ ਉਸ 'ਤੇ ਹਮਲਾ ਕਰ ਦਿੱਤਾ। ਉਹ ਮਦਦ ਲਈ ਬਹੁਤ ਚੀਕਿਆ ਚਿੱਲਾਇਆ, ਪਰ ਉਸ ਦੀ ਮਦਦ ਲਈ ਕੋਈ ਨਹੀਂ ਆਇਆ, ਕਿਉਂਕਿ ਲੋਕਾਂ ਨੇ ਸਮਝਿਆ ਕਿ ਉਸ ਦੀ ਦੁਲਹਨ ਰੌਲਾ ਪਾ ਰਹੀ ਹੈ। ਉਸਨੇ ਆਪ ਹੀ ਤਾਂ ਲੋਕਾਂ ਨੂੰ ਕਿਹਾ ਸੀ ਕਿ ਕੋਈ ਨਾ ਆਵੇ। ਸੋ ਉਸ ਗਰੀਬ ਆਦਮੀ ਨੇ ਅਮੀਰ ਹੋਣ ਦਾ ਦਿਖਾਵਾ ਕਰਕੇ ਜੋ ਉਸ ਭੋਲੀ ਭਾਲੀ ਕੁੜੀ ਨੂੰ ਧੋਖਾ ਦਿੱਤਾ ਸੀ, ਉਸ ਨੂੰ ਭਾਲੂ ਖਾ ਗਿਆ ਤੇ ਉਹ ਲੜਕੀ ਅਮੀਰ ਮੁਖੀਏ ਦੀ ਪਤਨੀ ਬਣ ਕੇ ਖੁਸ਼ੀ-ਖੁਸ਼ੀ ਰਹਿਣ ਲੱਗੀ। ਉਸ ਮਾਂ ਦੀਆਂ ਅਰਦਾਸਾਂ ਰੰਗ ਲਿਆਈਆਂ। ਧੰਨਵਾਦ।